क्योंकि न्यू ईयर तो एक दिन पहला का जो दिन होंगे हमेशा ही सेंसिटिव होंगे। सो असी अपनी सुरक्षा के इंतजाम उस तरीके के नाल ही रहणगे जिद्दां पहलां हुंदे सीगे। जिहड़ा भी कोई कानून की वायलेशन करता है ਉਹਦੇ खिलाफ FIR भी रजिस्टर हो सकती है, ਉਹਦਾ ਵਹੀਕਲ भी ਜਿਹੜਾ ਇੰਪਾਊਂਡ ਕੀਤਾ ਜਾ ਸਕਦਾ। ਉਹ ਅਸੀਂ ਆਲਰੇਡੀ ਇੰਸਟਰਕਸ਼ਨਸ ਪਾਸ ਕੀਤੀਆਂ ਵਾ। ਸੋ मैं यही रिक्वेस्ट करूँगा कि ਵੱਧ ਤੋਂ ਵੱਧ सहयोग देन पुलिस ਨੂੰ इस काम ਦੇ ਵਿੱਚ। और मैं यही उम्मीद करूँगा कि अगला साल ਜਿਹੜਾ ਸਾਡਾ ਉਹ भी इस तरह सुख शांति ਦਾ खुशियां ਭਰਿਆ ਹੋਵੇ और ਸਾਰੇ ਹੀ ਇਸ ਚੀਜ਼ ਦੇ ਜਿਹੜਾ ਆਪਣਾ ਏਮ ਆ कि समाज ਦੇ ਵਿੱਚ पीस रवे, हारमनी रवे, इस काम वास्ते सारे अपना ਵੱਧ ਤੋਂ ਵੱਧ योगदान पाउण। D4U न्यूज़ देख रहे तमाम दोस्तों को दीपक भंडारी का नमस्कार। इस साल 31 दिसंबर को नए साल का जश्न होगा या नहीं होगा, सरकार की ओर से क्या गाइडलाइंस जारी की गई हैं। हमारे साथ हैं अमृतसर के पुलिस कमिश्नर डॉक्टर सुखचैन सिंह गिल। इनसे बात करते हैं कि क्या क्या दिशा निर्देश हैं। पहले तो हर बार होता था, बहुत हुड़दंग मचाते थे लोग, सड़कों पर निकल आते थे, लेकिन इस बार कोरोना काल है और पुलिस की ओर से क्या क्या इंतजाम किए गए हैं। सत श्री अकाल सर, तुहाडा सर D4 न्यूज़ चैनल सर स्वागत है। डॉक्टर साहब काइंडली इस ਜਿਹੜਾ ਇਸ ਵਾਰੀ 2020 ਦਾ ਨਵਾਂ ਸਾਲ 31 ਦਸੰਬਰ ਨੂੰ ਮਨਾਇਆ ਜਾਂਦਾ ਸੀਗਾ, ਇਹ ਪੁਲਿਸ ਵੱਲੋਂ ਕੋਈ ਰਿਆਇਤਾਂ ਜਾਂ ਹੋਟਲਸ ਕੁਝ ਦਿੱਤੀਆਂ ਗਈਆਂ ਜੀ? ਨਹੀਂ, ਜਿਹੜੀਆਂ ਲੇਟੈਸਟ ਇੰਸਟਰਕਸ਼ਨਸ ਆ ਹੁਣ ਤੱਕ ਦੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਦੀਆਂ ਉਹ ਇਹੀ ਆ ਕਿ 9:30 ਵਜੇ ਤੱਕ ਸਾਰਾ ਬੰਦ ਔਰ 10 ਵਜੇ ਤੋਂ ਲੈ ਕੇ ਸਵੇਰ ਤੱਕ ਜਿਹੜਾ ਹੈ ਕੰਪਲੀਟ ਕਰਫਿਊ ਰਹੇਗਾ। ਔਰ ਇਹ ਅਸੀਂ ਹਦਾਇਤਾਂ ਜਿਹੜੀਆਂ ਨੇ ਕੰਸਰਨਡ ਹੋਟਲਸ ਔਰ ਬਾਕੀ ਜਿਹੜੀਆਂ ਜਗ੍ਹਾ ਜਿੱਥੇ ਵੀ ਸੈਲੀਬ੍ਰੇਟ ਕੀਤਾ ਜਾਂਦਾ ਸੀ ਅੱਗੇ ਉਹਨਾਂ ਨੂੰ ਅਸੀਂ ਪਾਸ ਕਰਤੀਆਂ। ਔਰ ਸਾਰੇ ਅਸੀਂ ਪੁਲਿਸ ਅਫੀਸ਼ੀਅਲਸ ਨੂੰ ਵੀ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਕਿ ਜੋ ਵੀ ਹੁਣ ਤੱਕ ਦੀਆਂ ਲੇਟੈਸਟ ਜਿਹੜੀਆਂ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਨੇ ਕਿ 10 ਵਜੇ ਤੋਂ ਬਾਅਦ ਕੰਪਲੀਟ ਕਰਫਿਊ ਉਹ ਸੇਮ ਉਹਨਾਂ ਦੀ ਪਾਲਣਾ ਹੋਏਗੀ ਔਰ ਕਿਸੇ ਨੂੰ ਵੀ ਉਹ ਵਾਇਲੇਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਅੱਛਾ ਸਰ, ਵੱਡੇ ਹੋਟਲਾਂ 'ਚ ਤਾਂ ਇੰਤਜ਼ਾਮਾਤ ਤੁਸੀਂ ਦੱਸਿਆ ਵੀ ਨਹੀਂ, ਰਾਤ ਦੇ ਆਯੋਜਨ ਨਹੀਂ ਕੀਤੇ ਜਾਣਗੇ। ਕੀ ਗਲੀ ਜਿਵੇਂ ਮੁਹੱਲਿਆਂ ਦੇ ਵਿੱਚ DJ ਲਗਾ ਕੇ ਲੋਕ ਆਪਣਾ ਡਾਂਸ ਕਰਦੇ ਸੀਗੇ, ਕੀ ਉਹ ਇਜਾਜ਼ਤ ਦਿੱਤੀ ਗਈ ਹੈ ਕਿ ਨਹੀਂ? नहीं, पुलिस वालों या प्रशासन वालों किसी भी तरह की परमिशन नहीं दी गई। जो मैं दसिया जिस तरह गाइडलाइंस है कि 10 बजे तो बाद कंप्लीट करफ्यू वो सारे के उत्ते लागू होंगी है, चाहे वो कोई होटल रेस्टोरेंट्स हो या प्राइवेट प्लेसिस हो। सो सारिਆਂ ਨੂੰ ही मैं रिक्वेस्ट करूँगा कि इन्हों की सख्ती नाल पालना करने गाइडलाइंस की। अच्छा, आम तौर पर पहले देखा जाता सी भी कुछ 5 ਵਜੇ ਤੋਂ ਬਾਅਦ ਹੀ ਜਿਹੜੇ ਕੁਝ ਮੇਜਰ ਰਸਤੇ ਸੀ ਉਹ ਬੰਦ ਕਰਤੇ ਜਾਂਦੇ ਸੀਗੇ। ਇਸ ਵਾਰੀ 9:30 ਤੋਂ ਬਾਅਦ ਨਹੀਂ ਨਿਕਲਣਗੇ। ਕੋਈ ਪੁਲਿਸ ਕਿੰਨੇ ਇਸ ਵਾਰੀ ਮੁਲਾਜ਼ਮ ਡਿਪਿਊਟ ਕੀਤੇ ਵੀ ਕੋਈ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਹੁੜਦੰਗ ਹੁੰਦਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ? ਜਿਹੜਾ ਸਾਡਾ ਅਰੇਂਜਮੈਂਟ ਸੀਗਾ ਜਿਸ ਤਰ੍ਹਾਂ ਅੱਗੇ ਰਹਿੰਦਾ, ਕਿਉਂਕਿ ਨਿਊ ਈਅਰ ਤੋਂ ਇੱਕ ਦਿਨ ਪਹਿਲਾਂ ਦਾ ਜਿਹੜਾ ਦਿਨ ਹੁੰਦਾ ਹਮੇਸ਼ਾ ਹੀ ਸੈਂਸਿਟਿਵ ਹੁੰਦਾ। ਸੋ ਅਸੀਂ ਆਪਣੀ ਸੁਰੱਖਿਆ ਦੇ ਇੰਤਜ਼ਾਮ ਉਸੇ ਤਰੀਕੇ ਦੇ ਨਾਲ ਹੀ ਰਹਿਣਗੇ ਜਿੱਦਾਂ ਪਹਿਲਾਂ ਹੁੰਦੇ ਸੀਗੇ। ਕੁਛ ਏਰੀਆਜ਼ ਦੇ ਵਿੱਚ ਪਹਿਲਾਂ ਜ਼ਿਆਦਾ ਇੰਤਜ਼ਾਮ ਹੁੰਦੇ ਸੀਗੇ, ਕੁਛ ਏਰੀਆਜ਼ ਦੇ ਵਿੱਚ ਥੋੜ੍ਹੇ ਜਿਹੇ ਘੱਟ ਹੁੰਦੇ ਸੀਗੇ। ਉਹ ਅਸੀਂ ਇੱਕ ਵਾਰੀ 30th ਨੂੰ ਅਸੈਸ ਕਰਕੇ ਫਿਰ ਉਸ ਤਰੀਕੇ ਦੇ ਨਾਲ ਆਪਣੇ ਜਿਹੜੇ ਅਰੇਂਜਮੈਂਟਸ ਕਰਾਂਗੇ। ਪਰ ਸੁਰੱਖਿਆ ਦੇ ਜਿਹੜੇ ਪ੍ਰਬੰਧ ਆ ਉਸੇ ਤਰੀਕੇ ਦੇ ਨਾਲ ਹੀ ਰਹਿਣਗੇ ਜਿੱਦਾਂ ਪਹਿਲਾਂ ਹੁੰਦੇ ਸੀ। ਅੱਛਾ, ਇਸ ਤਰ੍ਹਾਂ ਦੇ ਕੋਈ ਆਦੇਸ਼ ਜਾਰੀ ਕੀਤੇ ਗਏ ਵੀ ਜਿਵੇਂ ਨਿਯਮਾਂ ਦਾ ਉਲੰਘਣ ਕਰਦੇ ਕੁਝ ਲੋਕ, ਦੇਖਿਆ ਜਾਏਗਾ ਨਾਈਟ ਕਰਫਿਊ ਦਾ ਵੀ ਪੁਲਿਸ ਵੱਲੋਂ ਤੇ ਕਰ ਰਹੇ, ਬਟ ਲੋਕ ਕਈ ਵਾਰੀ ਮੰਨਦੇ ਨਹੀਂ ਹੈ, ਤੇ ਉਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਏਗਾ ਜਾਂ ਕੁਝ ਖਾਸ ਤਰ੍ਹਾਂ ਦੀ ਹਦਾਇਤ ਜਾਰੀ ਕੀਤੀ ਗਈ ਹੈ? ਨਹੀਂ, ਉਹਦੇ ਵਿੱਚ ਤਾਂ ਦੇਖੋ ਬੜਾ ਕਲੀਅਰ ਆ, ਜਿਹੜਾ ਵੀ ਕੋਈ ਕਾਨੂੰਨ ਦੀ ਵਾਇਲੇਸ਼ਨ ਕਰਦਾ ਹੈ ਉਹਦੇ ਖਿਲਾਫ FIR ਵੀ ਰਜਿਸਟਰ ਹੋ ਸਕਦੀ ਹੈ, ਉਹਦਾ ਵਹੀਕਲ ਵੀ ਜਿਹੜਾ ਇੰਪਾਊਂਡ ਕੀਤਾ ਜਾ ਸਕਦਾ। ਉਹ ਅਸੀਂ ਆਲਰੇਡੀ ਇੰਸਟਰਕਸ਼ਨਸ ਪਾਸ ਕੀਤੀਆਂ ਵਾ। ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਆ ਜਾਂ ਜਿਹਨੂੰ ਕੋਈ ਪ੍ਰੋਬਲਮ ਹੈ ਇਸ ਤਰੀਕੇ ਦੀ ਜਿਹਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਨਿਕਲਣਾ, ਜਿਹੜੀਆਂ ਐਗਜ਼ੈਂਪਟਡ ਕੈਟੇਗਰੀਜ਼ ਆ ਉਹਦੇ ਵਿੱਚ ਉਹਨਾਂ ਨੂੰ ਕੀਤਾ ਗਿਆ। ਬਟ ਨਾਰਮਲ ਰੂਟੀਨ ਦੇ ਵਿੱਚ ਜਿਹੜਾ ਹੈ ਉਹ ਜੇ ਕੋਈ ਵਾਇਲੇਸ਼ਨ ਕਰਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਅੱਛਾ, ਇਸ ਵਾਰੀ ਅਸੀਂ ਕਹਿ ਜਾਏ ਵੀ ਜੇ ਹੁੜਦੰਗੀਆਂ ਨੇ ਜੇ ਹੁੜਦੰਗ ਮਚਾਇਆ ਤੇ ਉਹਨਾਂ ਨੂੰ ਜਿਹੜੀ ਰਾਤ ਹੈ ਉਹ ਜੇਲ੍ਹ 'ਚ ਵੀ ਰਹਿਣਾ ਪੈ ਸਕਦਾ? ਬਿਲਕੁਲ 100% ਜੀ। ਜੇ ਕੋਈ ਵਾਇਲੇਸ਼ਨ ਕਰੇਗਾ, ਕੋਈ ਹੁੜਦੰਗ ਮਚਾਏਗਾ 10 ਵਜੇ ਤੋਂ ਬਾਅਦ ਕੋਈ ਕਰਦਾ ਤਾਂ ਉਹਨੂੰ ਕਾਨੂੰਨ ਦੇ ਅਨੁਸਾਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਉਹਨੂੰ ਹੋ ਵੀ ਸਕਦਾ ਹੈ ਕਿ ਰਾਤ ਜਿਹੜੀ ਆ ਉਹ ਥਾਣੇ ਦੇ ਵਿੱਚ ਹੀ ਐਜ਼ ਪਰ ਲਾਅ ਕੱਟਣੀ ਪਵੇ। ਅੱਛਾ, 2020 ਅਸੀਂ ਜੇ ਗੱਲ ਕਰੀਏ ਪੁਲਿਸ ਲਈ ਕਿੰਨਾ ਚੁਣੌਤੀਆਂ ਭਰਨ ਰਿਹਾ, ਕਿਉਂਕਿ ਕੁਝ ਪੁਲਿਸ ਦੇ ਕੁਝ ਜਵਾਨਾਂ ਦੀ ਵੀ ਡੈਥ ਹੋਈ ਹੈ ਜੀ। ਦੇਖੋ 2020 ਦਾ ਜਿਹੜਾ ਸਭ ਤੋਂ ਵੱਡਾ ਚੈਲੰਜ ਸੀਗਾ ਦੈਟ ਵਾਸ ਕਿ ਜਿਹੜਾ ਕਰੋਨਾ ਦਾ ਜਿਹੜਾ ਕ੍ਰਾਈਸਿਸ ਜਿਹੜਾ ਸੀਗਾ ਉਹਦੇ ਵਿੱਚ, ਕਿਉਂਕਿ ਪੁਲਿਸ ਇੱਕ ਏਜੰਸੀ ਹੈ ਜਿਹੜੀ ਫਰੰਟ ਲਾਈਨ 'ਤੇ ਜਿਹਨੇ ਲਾਅ ਐਂਡ ਆਰਡਰ ਨੂੰ ਵੀ ਮੇਨਟੇਨ ਕਰਨਾ ਹੈ, ਲੋਕਾਂ ਦੇ ਨਾਲ ਇੰਟਰੈਕਸ਼ਨ ਵੀ ਹੋਣੀ ਆ, ਪਬਲਿਕ ਡੀਲਿੰਗ ਵੀ ਹੁੰਦੀ ਆ। ਸੋ ਪੁਲਿਸ ਵਾਸਤੇ ਤਾਂ 2020 ਕੋਵਿਡ ਦੇ ਮੱਦੇਨਜ਼ਰ ਬਹੁਤ ਚੁਣੌਤੀਪੂਰਨ ਰਿਹਾ। ਬਹੁਤ ਸਾਡੇ ਆਫੀਸਰ ਜਿਹੜੇ ਸੀਗੇ DCP ਸਾਹਿਬ ਤੋਂ ਲੈ ਕੇ ਥੱਲੇ ਤੱਕ ਸਾਡੇ ਬੜੇ ਪੁਲਿਸ ਮੁਲਾਜ਼ਮ ਸੀ ਜਿਹੜਾ ਕੋਵਿਡ ਪੋਜ਼ੀਟਿਵ ਵੀ ਹੋਏ, ਜਿਨ੍ਹਾਂ ਨੇ ਜੂਝਿਆ। ਸਾਡੇ ਕੁਝ ਡੈਥਸ ਵੀ ਹੋਈਆਂ ਕੋਵਿਡ ਦੇ ਕਾਰਨ ਮੁਲਾਜ਼ਮਾਂ ਦੀਆਂ। ਔਰ ਅੰਮ੍ਰਿਤਸਰ ਪੁਲਿਸ ਨੇ ਬਹੁਤ ਚੰਗਾ ਕੰਮ ਕੀਤਾ, ਚਾਹੇ ਉਹ ਕੋਵਿਡ ਦੇ ਦੌਰਾਨ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦਾ ਹੋਵੇ, ਚਾਹੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਜ਼ਰੂਰੀ ਵਸਤਾਂ ਪਹੁੰਚਾਉਣ ਦਾ ਹੋਵੇ, ਚਾਹੇ ਉਹ ਖਾਣੇ ਦੀ ਡਿਸਟ੍ਰੀਬਿਊਸ਼ਨ ਦਾ ਹੋਵੇ, ਚਾਹੇ ਉਹ ਲੋਕਾਂ ਦੇ ਨਾਲ ਇੰਟਰੈਕਸ਼ਨ, ਪਬਲਿਕ ਡੀਲਿੰਗ, ਲੋਕਾਂ ਦੀਆਂ
ਛੋਟੀਆਂ-ਛੋਟੀਆਂ ਹੋਰ ਪ੍ਰੋਬਲਮਸ ਨੂੰ ਸੋਲਵ ਕਰਨ ਦਾ ਹੋਵੇ। ਸੋ ਕੋਵਿਡ ਦੇ ਵਿੱਚ ਬਹੁਤ ਵਧੀਆ ਬੜਾ ਪ੍ਰਸ਼ੰਸਾਯੋਗ ਕੰਮ ਜਿਹੜਾ ਕੀਤਾ ਅੰਮ੍ਰਿਤਸਰ ਪੁਲਿਸ ਨੇ। ਅੱਛਾ, ਜਿਸੀ ਗੱਲ ਕਰੀਏ ਵੀ ਜੇ ਸਨੈਚਿੰਗ ਦੀਆਂ ਘਟਨਾਵਾਂ ਦੀਆਂ ਤੇ ਕੁਝ ਇਸ ਤਰ੍ਹਾਂ ਦੇ ਸਨੈਚਰ ਵੀ ਪੁਲਿਸ ਲਈ ਜਿਹੜੇ ਉਹ ਬਣੇ ਹੋਏ ਆ ਪਰੇਸ਼ਾਨੀ ਦਾ ਸਬਬ, ਜਿਹੜੇ ਪਹਿਲੇ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ, ਫਿਰ ਆ ਕੇ ਛੁੱਟ ਕੇ ਆ ਜਾਂਦੇ ਤੇ ਇਸ ਤਰ੍ਹਾਂ ਦੀ ਘਟਨਾਵਾਂ 'ਚ ਇਨਵੋਲਵ ਹੋ ਜਾਂਦੇ ਜੀ। ਦੇਖੋ ਕੋਵਿਡ ਦੇ ਮੱਦੇਨਜ਼ਰ ਕੀ ਹੋਇਆ ਸੀਗਾ, ਕੁਝ ਲੋਕਾਂ ਨੂੰ ਇੰਟਰਮ ਬੇਲਸ ਮਿਲੀਆਂ ਸੀਗੀਆਂ ਕਿਉਂਕਿ ਗਾਈਡਲਾਈਨਸ ਇੱਦਾਂ ਦੀਆਂ ਸੀ, ਕਿਉਂਕਿ ਕੋਵਿਡ ਤੋਂ ਇਫੈਕਟ ਹੋ ਸਕਦੇ ਸੀ। ਉਹਦੇ ਮੱਦੇਨਜ਼ਰ ਕੁਝ ਐਸੇ ਕ੍ਰਿਮੀਨਲਸ ਜਿਹੜੇ ਸਨੈਚਰ ਸੀਗੇ ਜਿਹੜੇ ਕਿ ਬਾਹਰ ਆ ਗਏ ਜੇਲਸ ਤੋਂ, ਉਹਦੇ ਕਰਕੇ ਚੁਣੌਤੀਪੂਰਵਕ ਜ਼ਰੂਰ ਰਿਹਾ ਵਾ। ਬਟ ਸਾਡੇ ਜਿਹੜੇ ਮੇਜਰ ਜਿੰਨੇ ਵੀ ਸੈਂਸੇਸ਼ਨਲ ਕੇਸ ਹੈਗੇ ਆ ਅੰਮ੍ਰਿਤਸਰ ਪੁਲਿਸ ਨੇ ਪਿਛਲੇ 1 ਸਾਲ ਦੇ ਦੌਰਾਨ ਤਕਰੀਬਨ ਸਾਰੇ ਕੇਸਿਸ ਸਾਡੇ ਟਰੇਸਡ ਆ। 2-3 ਕੇਸ ਸਾਡੇ ਜਿਹੜੇ ਹੈਗੇ ਆ ਪੈਂਡਿੰਗ ਹੈਗੇ ਆ, ਉਹਦੇ 'ਤੇ ਵੀ ਵਰਕਆਊਟ ਕਰ ਰਹੇ ਹਾਂ। ਮੈਨੂੰ ਲੱਗਦਾ 31 ਤੋਂ ਪਹਿਲਾਂ ਸਾਨੂੰ ਉਹਦੇ ਵਿੱਚ ਵੀ ਸਫਲਤਾ ਪ੍ਰਾਪਤ ਹੋ ਜਾਏਗੀ। ਅੱਛਾ ਸਰ, ਇੱਕ ਜਿਹੜਾ 30 ਤਰੀਕ ਤੇ 31 ਤਰੀਕ ਨੂੰ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਉਹਨਾਂ ਲਈ ਸਰ ਸਪੈਸ਼ਲ ਕੋਈ ਗਾਈਡਲਾਈਨਸ ਇਸ਼ੂ ਕੀਤੀਆਂ ਗਈਆਂ ਵੀ ਕਿੰਨੇ ਵਜੇ ਬੰਦ ਕਰ ਦਿਓ ਜੀ? ਨਹੀਂ, ਉਹ ਜਿਹੜਾ ਸ਼ਰਾਬ ਦੀਆਂ ਦੁਕਾਨਾਂ ਨਾ ਜੀ ਉਹ ਐਕਸਾਈਜ਼ ਡਿਪਾਰਟਮੈਂਟ ਦੇ ਅੰਡਰ ਆਉਂਦੀਆਂ। ਉਹਦੇ ਵਾਸਤੇ ਪੁਲਿਸ ਡਿਪਾਰਟਮੈਂਟ ਕੋਈ ਗਾਈਡਲਾਈਨਸ ਜਾਂ ਕੋਈ ਇੰਸਟਰਕਸ਼ਨਸ ਇਸ਼ੂ ਨਹੀਂ ਕਰਦਾ। ਜੋ ਐਕਸਾਈਜ਼ ਦੀਆਂ ਇੰਸਟਰਕਸ਼ਨਸ ਹੋਣਗੀਆਂ ਉਹਦੀ ਹੂਬਹੂ ਪਾਲਣਾ ਕੀਤੀ ਜਾਏਗੀ ਉਹਦੇ ਵਿੱਚ। ਅੱਛਾ, ਕੋਈ ਹੋਟਲਸ ਵਾਲਿਆਂ ਨੇ ਆਪਣੇ ਵੱਲੋਂ ਕੁਝ ਰਿਕੁਐਸਟ ਕੀਤੀ ਸੀ ਵੀ ਕਿ ਸਾਨੂੰ ਕੁਝ ਇੰਤਜ਼ਾਮਾਤ ਕੁਝ ਪਾਰਟੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ? ਨਹੀਂ, ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਆਈ ਨਹੀਂ ਹੈ। ਬਟ ਕਿਉਂਕਿ ਗਾਈਡਲਾਈਨਸ ਬੜੀਆਂ ਕਲੀਅਰ ਨੇ, ਗਵਰਨਮੈਂਟ ਦੀਆਂ ਜਿਹੜੀਆਂ ਇੰਸਟਰਕਸ਼ਨਸ ਆ ਉਹਦੀ ਪਾਲਣਾ ਹੂਬਹੂ ਕਰਾਉਣਾ ਜਿਹੜਾ ਉਹ ਸਾਡਾ ਫਰਜ਼ ਆ। ਜੇ ਕੋਈ ਚੇਂਜ ਹੋਏਗੀ ਜ਼ਰੂਰ ਉਹਦੇ ਵਿੱਚ ਇੰਪਲੀਮੈਂਟ ਕੀਤੀ ਜਾਏਗੀ, ਪਰ ਅਜੇ ਤੱਕ ਦੀਆਂ ਜਿਹੜੀਆਂ ਇੰਸਟਰਕਸ਼ਨਸ ਉਹੀ ਆ ਜੋ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਹੈ ਜੀ। ਅੱਛਾ ਸਰ, 2021 ਲਈ ਤੁਸੀਂ ਕੁਝ ਸਾਡੇ ਦਰਸ਼ਕਾਂ ਨੂੰ ਕੁਝ ਮੈਸੇਜ ਦੇਣਾ ਚਾਹੋ, ਜਾਂ ਪੁਲਿਸ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਸਰ ਉਹਨੂੰ ਅਪਗ੍ਰੇਡ ਕੀਤਾ ਵੀ 2021 'ਚ ਜਿਹੜਾ ਉਹ ਅਪਰਾਧ 'ਤੇ ਕਾਬੂ ਪਾਇਆ ਜਾ ਸਕੇ? ਦੇਖੋ ਪੁਲਿਸਿੰਗ ਜਿਹੜੀ ਹੈ ਨਾ ਜੀ, ਇਹ ਇੱਕ ਐਵਰ ਚੇਂਜਿੰਗ ਜਿਹੜੀ ਆ ਪੋਲਿਸੀਜ਼ ਹੁੰਦੀਆਂ, ਕਿਉਂਕਿ ਜਿੱਦਾਂ ਸੋਸਾਇਟੀ ਇਵੋਲਵ ਹੁੰਦੀ ਉੱਦਾਂ ਹੀ ਸਾਨੂੰ ਪੁਲਿਸਿੰਗ ਦੇ ਵਿੱਚ ਵੀ ਚੇਂਜਿਸ ਲਿਆਉਣੀਆਂ ਬਣਦੀਆਂ। ਸਭ ਤੋਂ ਵੱਡੀ ਚੁਣੌਤੀ ਜਿਹੜੀ ਆ ਟ੍ਰੈਡੀਸ਼ਨਲ ਜਿਹੜਾ ਕ੍ਰਾਈਮ ਆ, ਜਿਹੜਾ ਪੁਰਾਣਾ ਜਿਹੜਾ ਕ੍ਰਾਈਮ ਆ, ਉਹਨੂੰ ਛੱਡ ਕੇ ਹੁਣ ਜੋ ਆਪਾਂ ਦੇਖਣ 'ਚ ਆ ਰਿਹਾ ਕਿ ਸਾਈਬਰ ਕ੍ਰਾਈਮ ਦੇ ਕੇਸਿਸ ਬਹੁਤ ਸਾਰੇ ਵੱਧ ਰਹੇ ਆ। ਚਾਹੇ ਉਹ ATM ਰਿਲੇਟਡ ਫਰਾਡਸ ਹੋਣ, ਚਾਹੇ ਉਹ ਸੋਸ਼ਲ ਵੈਬਸਾਈਟਸ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੇ ਕਮੈਂਟਸ ਕਰਦੇ ਆ ਲੋਕ ਉਹ ਹੋਣ, ਚਾਹੇ ਉਹ ਫਾਈਨੈਂਸ਼ੀਅਲ ਫਰਾਡਸ ਹੋਣ ਜਿਹਦੇ ਵਿੱਚ ਕੋਈ ਪੇ ਸਰਵਿਸਿਜ਼ ਦੇ ਥਰੂ ਲੋਕਾਂ ਨਾਲ ਫਰਾਡ ਹੁੰਦੇ ਆ, ਜਾਂ ਉਹ ਇੰਸ਼ੋਰੈਂਸ ਕਲੇਮਸ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਅਲਿਊਰ ਕਰਕੇ ਉਹ ਫਰਾਡ ਹੋਣ। ਸੋ ਇਹ ਜਿਹੜਾ ਸਾਈਬਰ ਕ੍ਰਾਈਮ ਆ ਉਹ ਕਾਫੀ ਜ਼ਿਆਦਾ ਵੱਧ ਰਿਹਾ ਵਾ, ਜਿਹਦੇ ਕਰਕੇ ਸਾਨੂੰ ਵੀ ਆਪਣੀ ਟੈਕਨੋਲੋਜੀ, ਆਪਣਾ ਮਾਈਂਡਸੈਟ, ਸਾਡੀ ਟ੍ਰੇਨਿੰਗ ਜਿਹੜੀ ਆ ਉਹਦੇ ਵਿੱਚ ਵੀ ਚੇਂਜਿਸ ਲਿਆਉਣੀਆਂ ਪੈ ਰਹੀਆਂ, ਜਿਹੜੀਆਂ ਕਿ ਅਸੀਂ ਲਿਆ ਰਹੇ ਹਾਂ। ਅਸੀਂ ਇਹਦੇ ਵਿੱਚ ਹੁਣ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਸਾਈਬਰ ਕ੍ਰਾਈਮ ਜਿਹੜਾ ਸਾਡਾ ਸੈੱਲ ਆ, ਉਹਦੇ ਵਿੱਚ ਮੈਨ ਪਾਵਰ ਦੇ ਨਾਲ ਅਸੀਂ ਟੈਕਨੋਲੋਜੀਕਲ ਜਿਹੜਾ ਉਹਨੂੰ ਹੋਰ ਇੰਪਰੂਵ ਕਰਨ ਵਾਸਤੇ ਵੀ ਬੜਾ ਡਿਟੇਲਡ ਪ੍ਰਪੋਜ਼ਲ ਜਿਹੜਾ ਬਣਾਇਆ ਹੋਇਆ, ਜਿਹੜਾ ਕਿ ਅਸੀਂ ਆਪਣੇ ਸੀਨੀਅਰ ਅਫੀਸ਼ੀਅਲਸ ਨੂੰ ਭੇਜਿਆ। ਔਰ ਮੈਨੂੰ ਉਮੀਦ ਹੈ ਕਿ ਇਸ ਸਾਲ ਦੇ ਵਿੱਚ ਉਹ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੀ ਹੋ ਸਕਦਾ ਉਹ ਜਿਹੜਾ ਹੈ ਅਪਰੂਵ ਹੋ ਕੇ ਅਸੀਂ ਉਦੋਂ ਜਿਹੜਾ ਸ਼ੁਰੂ ਕਰ ਸਕੀਏ। ਔਰ ਇਹ ਬਹੁਤ ਵੱਡਾ ਚੈਲੰਜ ਆ ਸਾਈਬਰ ਕ੍ਰਾਈਮ ਦਾ, ਕਿਉਂਕਿ ਡੇਲੀ ਮੈਂ ਦੇਖਦਾ ਹਾਂ ਹੁਣ ਜਿੱਦਾਂ ਕੰਪਲੇਂਟਸ ਆਉਂਦੀਆਂ ਸਾਡੇ ਕੋਲੇ, ਤਾਂ 5 ਤੋਂ 10% ਕੇਸਿਸ ਜਿਹੜੇ ਨੇ ਜਾਂ ਕੰਪਲੇਂਟਸ ਜਿਹੜੀਆਂ ਨੇ ਉਹ ਸਾਈਬਰ ਕ੍ਰਾਈਮ ਦੇ ਰਿਲੇਟਡ ਆਉਣ ਲੱਗ ਗਈਆਂ। ਉਹਦੇ ਵਾਸਤੇ ਲੋਕਾਂ ਨੂੰ ਵੀ ਅਵੇਅਰ ਰਹਿਣਾ ਪਏਗਾ। ਅਸੀਂ ਇਹਦੇ ਵਾਸਤੇ ਸਾਈਬਰ ਅਵੇਅਰਨੈਸ ਵੀਕ ਵੀ ਚਲਾਇਆ ਸੀਗਾ, ਜਿਹਦੇ 'ਚ ਅਸੀਂ ਲੋਕਾਂ ਨੂੰ ਬਹੁਤ ਅਵੇਅਰ ਕੀਤਾ ਕਿ ਆਪਣੇ ਆਪ ਨੂੰ ਇਸ ਤੋਂ ਕਿੱਦਾਂ ਬਚਾਇਆ ਜਾ ਸਕੇ, ਲੋਕਾਂ ਦੇ ਬਹਿਕਾਵੇ 'ਚ ਨਾ ਆਇਆ ਜਾਵੇ। ਸੋਸ਼ਲ ਮੀਡੀਆ ਦੇ ਉੱਤੇ ਜੋ ਵੀ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਪ੍ਰੋਪਰਲੀ ਐਨਾਲਾਈਜ਼ ਕਰਕੇ ਫਿਰ ਹੀ ਉਹਦੇ ਉੱਤੇ ਰਿਐਕਟ ਕੀਤਾ ਜਾਵੇ। ਸੋ ਇਹ ਕ੍ਰਾਈਮ ਜਿਹੜਾ ਹੈ ਲੇਟੈਸਟ ਜਿਹੜਾ ਟ੍ਰੈਂਡ ਆ, ਇਹਦੇ ਵਿੱਚ ਸੋਸਾਇਟੀ ਪੁਲਿਸ ਦੋਨੇ ਮਿਲ ਕੇ ਪ੍ਰੋਪਰ ਅਵੇਅਰਨੈਸ ਔਰ ਇਨਫੋਰਸਮੈਂਟ ਕ੍ਰੀਏਟ ਕਰਕੇ ਇਹਦੇ 'ਤੇ ਕਾਬੂ ਪਾਇਆ ਜਾ ਸਕਦਾ। ਅੱਛਾ ਡਾਕਟਰ, ਕੋਈ 2021 ਲਈ ਤੁਸੀਂ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ, ਕੋਈ ਮੈਸੇਜ ਦੇਣਾ ਚਾਹੋ? ਇਸ ਤੋਂ ਇਲਾਵਾ ਜਿਹੜਾ ਆਪਾਂ ਪੁਲਿਸ ਦੀ ਜਦੋਂ ਗੱਲ ਕਰੀਏ, ਅਸੀਂ ਬਹੁਤ ਸਾਡਾ ਇੰਪਰੂਵਮੈਂਟ ਰਸਤੇ ਵੀ ਅਸੀਂ ਬੜੇ ਥੈਂਕਫੁਲ ਆ। ਉਹਨਾਂ ਨੇ ਸਾਨੂੰ ਕਾਫੀ ਜਗ੍ਹਾ ਦੇ ਉੱਤੇ CCTV ਕੈਮਰਾਜ਼ ਜਿਹੜੇ ਨੇ ਉਹ ਆਪਣੇ ਫੰਡਸ ਦੇ ਵਿੱਚੋਂ ਇੰਸਟਾਲ ਕਰਕੇ ਦਿੱਤੇ ਆ। ਹੁਣ ਅਸੀਂ ਜਿਹੜਾ ਲੇਟੈਸਟ ਐਡ ਕਰਨ ਜਾ ਰਹੇ ਹਾਂ, ਅਸੀਂ ਕਰੀਬ 200 ਕੈਮਰਾਜ਼ ਜਿਹੜੇ ਸਿਵਲ ਲਾਈਨ ਏਰੀਆ ਦੇ ਵਿੱਚ ਅਸੀਂ ਲਵਾਏ ਆ, ਜਿਹਦਾ ਅਸੀਂ ਇੱਕ ਕੰਟਰੋਲ ਰੂਮ ਆਪਣੇ ਪੁਲਿਸ ਲਾਈਨ ਦੇ ਵਿੱਚ ਐਸਟੈਬਲਿਸ਼ ਕਰਨ ਜਾ ਰਹੇ ਹਾਂ, ਜਿੱਥੇ ਬੈਠ ਕੇ ਸਾਡੇ ਪੁਲਿਸ ਅਫੀਸ਼ੀਅਲਸ ਸਾਰੇ ਏਰੀਆ ਨੂੰ ਮੋਨੀਟਰ ਕਰ ਸਕਦੇ ਆ ਕਿੱਥੇ ਕੀ ਹੋ ਰਿਹਾ। ਸੋ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 31 ਜਾਂ 1 ਦੇ ਆਸ-ਪਾਸ ਅਸੀਂ ਉਹਦੀ ਇਨੋਗ੍ਰੇਸ਼ਨ ਕਰਕੇ ਸੈਂਟਰਲਾਈਜ਼ਡ ਇੱਕ ਮੋਨੀਟਰ ਲਗਾ ਕੇ ਪ੍ਰੋਪਰ ਜਿਹੜੇ 200 ਦੇ ਆਸ-ਪਾਸ ਕੈਮਰਾਜ਼ ਨਵੇਂ ਲਾਏ ਆ। ਪਬਲਿਕ ਨੂੰ ਮੈਂ ਇਹੀ ਅਪੀਲ ਕਰਾਂਗਾ, ਦੇਖੋ ਜਿਹੜਾ ਪੁਲਿਸਿੰਗ ਜਿਹੜੀ ਆ ਉਹ ਲੋਕਾਂ ਦੀ ਕੋਆਪਰੇਸ਼ਨ ਤੋਂ ਬਿਨਾਂ ਨਹੀਂ ਚੱਲ ਸਕਦੀ। ਪੁਲਿਸ ਇੱਕ ਇਹੋ ਜਿਹਾ ਡਿਪਾਰਟਮੈਂਟ ਆ ਜਿਹੜਾ ਲੋਕਾਂ ਦੀ ਸੇਵਾ ਵਾਸਤੇ ਆ, ਬਟ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕੰਮ ਜਿਹੜਾ ਹੈ ਸੰਪੂਰਨ ਨਹੀਂ ਹੋ ਸਕਦਾ। ਸੋ ਵੱਧ ਤੋਂ ਵੱਧ ਚਾਹੇ ਉਹ ਕ੍ਰਾਈਮ ਨੂੰ ਰੋਕਣ ਦੇ ਵਿੱਚ ਹੋਵੇ, ਚਾਹੇ ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਿੱਚ ਹੋਵੇ, ਚਾਹੇ ਉਹ ਟ੍ਰੈਫਿਕ ਰੂਲਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਹੋਵੇ,
ਚਾਹੇ ਆਪਾਂ ਜਿਸ ਤਰ੍ਹਾਂ ਕੋਵਿਡ ਦੀ ਗੱਲ ਕਰਦੇ ਹਾਂ, ਕੋਵਿਡ ਦੀਆਂ ਗਾਈਡਲਾਈਨਸ ਦੀ ਇੰਪਲੀਮੈਂਟੇਸ਼ਨ ਹੋਵੇ, ਪਬਲਿਕ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੋ ਸਕਦਾ। ਸੋ ਮੈਂ ਇਹੀ ਰਿਕੁਐਸਟ ਕਰੂੰਗਾ ਕਿ ਵੱਧ ਤੋਂ ਵੱਧ ਸਹਿਯੋਗ ਦੇਣ ਪੁਲਿਸ ਨੂੰ ਇਸ ਕੰਮ ਦੇ ਵਿੱਚ। ਔਰ ਸੈਕੰਡ ਹੈ ਕਿ ਜਿਸ ਤਰ੍ਹਾਂ ਆਪਣਾ ਸਮਾਜ ਆ, ਅੰਮ੍ਰਿਤਸਰ ਗੁਰੂ ਕੀ ਨਗਰੀ ਹੈ, ਇਸ ਸ਼ਹਿਰ ਦੇ ਉੱਤੇ ਬਖਸ਼ਿਸ਼ ਆ ਗੁਰੂ ਰਾਮਦਾਸ ਜੀ ਦੀ, ਉਹਨਾਂ ਨੇ ਆਪ ਵਸਾਇਆ ਇਸ ਸ਼ਹਿਰ ਨੂੰ। ਔਰ ਜਿਸ ਤਰ੍ਹਾਂ ਮੈਂ ਪਿਛਲੇ 1 ਸਾਲ ਤੋਂ ਦੇਖਿਆ ਵੀ ਹੈ ਕਿ ਇੱਥੇ ਇੱਕ ਅਲੱਗ ਮਹਿਕ ਆ ਇਸ ਸ਼ਹਿਰ ਦੀ। ਇੱਥੇ ਜਿਹੜੀ ਕਮਿਊਨਲ ਹਾਰਮੋਨੀ ਆ, ਜਿਹੜੀ ਸਾਂਝੀਵਾਲਤਾ ਜਿਹੜੀ ਆ, ਚਾਹੇ ਉਹ ਕਿਸੇ ਵੀ ਧਰਮ, ਫਿਰਕੇ, ਜਾਤ ਪਾਤ ਦੇ ਲੋਕ ਹੋਣ, ਆਪਸ ਦੇ ਵਿੱਚ ਬੜੇ ਮਿਲ ਵਰਤਨ ਦੇ ਨਾਲ ਸਾਰੇ ਰਹਿੰਦੇ ਆ। ਔਰ ਮੈਂ ਇਹੀ ਉਮੀਦ ਕਰੂੰਗਾ ਕਿ ਅਗਲਾ ਸਾਲ ਜਿਹੜਾ ਸਾਡਾ ਉਹ ਵੀ ਇਸੇ ਤਰ੍ਹਾਂ ਸੁੱਖ ਸ਼ਾਂਤੀ ਦਾ, ਖੁਸ਼ੀਆਂ ਭਰਿਆ ਹੋਵੇ। ਔਰ ਸਾਰੇ ਹੀ ਇਸ ਚੀਜ਼ ਦੇ ਜਿਹੜਾ ਆਪਣਾ ਏਮ ਆ ਕਿ ਸਮਾਜ ਦੇ ਵਿੱਚ ਪੀਸ ਰਵੇ, ਹਾਰਮਨੀ ਰਵੇ, ਇਸ ਕੰਮ ਵਾਸਤੇ ਸਾਰੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ। थैंक यू। धन्यवाद। साढ़े गल करनी ये थे पुलिस कमिश्नर डॉक्टर सुखचैन सिंह गिल। इन्होंने बताया कि इस बार हुड़दंगन मचाने वालों को पहले भी नहीं बख्शा जाता था, इस बार कतई उन्हें छूट नहीं है। 10 बजे पूर्ण कर्फ्यू लागू है क्योंकि सरकार की ओर से रात 10 बजे से सुबह 5 बजे तक कर्फ्यू है। जो लोग नहीं मानेंगे, 31 को कोई हुड़दंग मचाने की कोशिश करेंगे तो उन्हें जेल में भी रहना पड़ सकता है। अमृतसर से D4 न्यूज़ के लिए दीपक भंडारी की खास रिपोर्ट।